आप लिहो तुम कथा सुधार। वाहिगुरु जी केतक सिर धर वह गिरावै, केतक खन खन तिन्हो उचारै। सिख अनेक मेहनती घने, करत कार गुर शरदा सने। वाहिगुरु जी का खालसा वाहिगुरु जी की फतेह। गुरु ਸਾਹਿਬ जी ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਗੁਰੂ ਪਾਵਨ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਹੁਣ ਜਗਤ ਗੁਰੂ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ। ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ ਆਪਣੇ ਹੁੰਦਿਆਂ ਹੀ ਅੰਮ੍ਰਿਤਸਰ ਦੀ ਨਗਰੀ ਵਸਾਉਣ ਦਾ ਹੁਕਮ ਦਿੱਤਾ ਸੀ ਤੇ ਗੁਰੂ ਰਾਮਦਾਸ ਜੀ 2 ਵਾਰੀ ਗੁਰੂ ਅਮਰਦਾਸ ਸਾਹਿਬ ਦੇ ਹੁੰਦਿਆਂ ਹੀ ਇੱਥੇ ਆਏ ਸਨ। ਜਦੋਂ ਪਹਿਲੀ ਵਾਰੀ ਆਏ ਤੇ ਆਪਣੇ ਮਕਾਨ ਮਹਿਲ ਗੁਰੂ ਕੇ ਮਹਿਲ ਬਣਾਏ ਅਤੇ ਸੰਤੋਖਸਰ ਟਾਹਲੀ ਸਾਹਿਬ ਦੀ ਸੇਵਾ ਸ਼ੁਰੂ ਕੀਤੀ। ਜਾ ਕੇ ਗੁਰੂ ਅਮਰਦਾਸ ਜੀ ਨੂੰ ਸਾਰੀ ਵਾਰਤਾ ਦੱਸੀ। ਕੁਝ ਦਿਨ ਉੱਥੇ ਰਹੇ। ਗੁਰੂ ਅਮਰਦਾਸ ਜੀ ਨੇ ਦੁਬਾਰਾ ਭੇਜਿਆ ਵੀ ਜਾਓ ਉੱਥੇ ਲਾਗੇ ਇੱਕ ਹੋਰ ਤੀਰਥ ਬਣਾਓ, ਉਹਦਾ ਨਾਮ ਅੰਮ੍ਰਿਤਸਰ ਰੱਖੋ। ਫਿਰ ਆਏ, ਫਿਰ ਅੰਮ੍ਰਿਤਸਰ ਦੀ ਸੇਵਾ ਸ਼ੁਰੂ ਕੀਤੀ। ਉਹ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਸਰੋਵਰ ਹਰਿਮੰਦਰ ਸਾਹਿਬ ਹੈ, ਇਹ ਜਗ੍ਹਾ ਸੰਤੋਖਸਰ ਤੋਂ ਥੋੜ੍ਹੀ ਨੀਵੀਂ ਸੀ। ਇੱਥੇ ਬੇਰੀਆਂ ਦੇ ਝੁੰਡ ਹੁੰਦੇ ਸਨ ਔਰ ਬੜੀ ਰਮਣੀਕ ਭਜਨ ਬੰਦਗੀ ਵਾਲੀ ਥਾਂ ਸੀ। ਕੋਈ ਵੀ ਇੱਥੋਂ ਲੰਘਦਾ ਸੀ ਤੇ ਉਹਦਾ ਮਨ ਪਰਮਾਤਮਾ ਵੱਲ ਆਪੇ ਜੁੜ ਜਾਂਦਾ ਸੀ। ਪਹਿਲਾਂ ਤੋਂ ਹੀ ਐਸੀ ਇਸ ਧਰਤੀ ਦੇ ਵਿੱਚ ਨਾਮ ਸਿਮਰਨ ਦੀ ਕੋਈ ਪੁਰਾਤਨ ਸਮੇਂ ਤੋਂ ਅਕਾਲ ਪੁਰਖ ਦੀ ਬਖਸ਼ਿਸ਼ ਸੀ। ਸੋ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਚਰਨ ਪਾਏ ਸਨ ਤੇ ਭਾਈ ਮਰਦਾਨੇ ਵਾਲੇ ਨੂੰ ਦੱਸਿਆ ਸੀ ਵੀ ਆਉਣ ਵਾਲੇ ਸਮੇਂ 'ਚ ਸਾਡਾ ਤੀਰਥ ਪ੍ਰਗਟ ਹੋਵੇਗਾ। ਗੁਰੂ ਅੰਗਦ ਦੇਵ ਸਾਹਿਬ ਜੀ ਵੀ ਇੱਥੇ ਕਰਤਾਰਪੁਰ ਤੋਂ ਵਾਪਸ ਆਉਂਦੇ ਇੱਕ ਵਾਰੀ ਰੁਕੇ ਸਨ ਤੇ ਉਹਨਾਂ ਨੇ ਵੀ ਇਸ ਜਗ੍ਹਾ ਦਾ ਮਹਿਸੂਸ ਕੀਤਾ ਸੀ ਵੀ ਇਹ ਤੀਰਥ ਪ੍ਰਗਟ ਹੋਵੇਗਾ। ਤੀਸਰੇ ਪਾਤਸ਼ਾਹ ਨੇ ਪੱਕੀ ਮੋਹਰ ਲਾ ਕੇ ਜਗ੍ਹਾ ਨੂੰ ਗੁਰੂ ਰਾਮਦਾਸ ਦੀ ਸੇਵਾ ਲਾਈ ਵੀ ਤੁਸੀਂ ਇਹ ਸ਼ੁਰੂ ਕਰਵਾਓ। ਸੋ ਅੰਮ੍ਰਿਤਸਰ ਸਰੋਵਰ ਦੀ ਸੇਵਾ ਅਜੇ ਸ਼ੁਰੂ ਹੋਈ ਹੈ। ਗੁਰੂ ਚੌਥੇ ਪਾਤਸ਼ਾਹ ਮਹਾਰਾਜ ਕਰਵਾ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਕਰਵਾ ਰਹੇ ਨੇ, ਪਰ ਪੂਰੀ ਇਹ ਗੁਰੂ ਅਰਜਨ ਦੇਵ ਜੀ ਨੇ ਕੀਤੀ। ਗੁਰੂ ਰਾਮਦਾਸ ਦੇ ਸਮੇਂ ਤਾਂ ਥੋੜ੍ਹੀ ਜਿਹੀ ਜਿੱਥੇ ਦੁੱਖ ਭੰਜਣੀ ਬੇਰੀ ਹੈ ਉਹਦੇ ਲਾਗੇ ਥੋੜ੍ਹੀ ਜਿਹੀ ਖੁਦਾਈ ਹੋਈ ਸੀ। ਥੋੜ੍ਹਾ ਜਿਹਾ ਜਲ ਉੱਥੇ ਰੋਕਿਆ ਸੀ, ਜਿਹਦਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੱਗੇ ਸਾਖੀ ਆਵੇਗੀ ਵੀ ਇੱਕ ਰਜਨੀ ਨਾਮ ਦੀ ਲੜਕੀ ਦਾ ਪਤੀ ਜੋ ਪਿੰਗਲਾ ਸੀ, ਕੋਹੜੀ ਸੀ, ਇੱਥੇ ਠੀਕ ਹੋਇਆ ਸੀ। ਫਿਰ ਇਹਦਾ ਇਹ ਸਥਾਨ ਜ਼ਿਆਦਾ ਪ੍ਰਗਟ ਹੋਇਆ ਤੇ ਫਿਰ ਇਹਦੀ ਸੇਵਾ ਗੁਰੂ ਅਰਜਨ ਦੇਵ ਜੀ ਨੇ ਕਰਾਈ। ਸਰੋਵਰ ਬਣਿਆ, ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਬਣਿਆ। ਹਰਿਮੰਦਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਇਹ 5ਵੇਂ ਪਾਤਸ਼ਾਹ ਦੇ ਸਮੇਂ ਹੋਇਆ। ਫਿਰ 6ਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਆਲੇ ਦੁਆਲੇ ਹੋਰ ਸਰੋਵਰ ਤੇ ਗੁਰਦੁਆਰੇ ਬਣੇ। ਇਹ ਸਾਰਾ ਇਤਿਹਾਸ ਸਮੇਂ ਨਾਲ ਆਪਾਂ ਅੱਗੇ ਸੁਣਾਂਗੇ। ਅਜੇ ਤਾਂ ਅੰਮ੍ਰਿਤਸਰ ਦੀ ਮੁੱਢਲੀ ਜਿਵੇਂ ਕਹਿੰਦੇ ਮੋਹੜੀ ਕੱਢਣ ਵਾਲੀ ਗੱਲ ਹੈ ਵੀ ਸ਼ੁਰੂਆਤ ਹੋਈ। ਜੰਗਲ ਵਿੱਚ ਮੰਗਲ ਲੱਗੇ। ਚੌਥੇ ਪਾਤਸ਼ਾਹ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸਾਹਿਬ ਜੀ ਦਾ ਪ੍ਰਸੰਗ ਸੁਣੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। केतक सिर धर वह गिरावै। ਕੁਝ ਗੁਰੂ ਦੇ ਪਿਆਰੇ ਖੁਦਾਈ ਕਰਕੇ ਮਿੱਟੀ ਪੁੱਟਦੇ ਹਨ ਤੇ ਕੁਝ ਟੋਕਰੀਆਂ 'ਚ ਪਾ ਕੇ ਬਾਹਰ ਸਿੱਟਦੇ ਹਨ। केतक खन खन तिन्हु उचारै। ਕਈ ਖੁਦਾਈ ਕਰਕੇ ਟੋਕਰੇ ਭਰਦੇ ਹਨ, ਕਈ ਚੁਕਾਣ ਦੀ ਸੇਵਾ ਕਰਦੇ ਹਨ। सिख अनेक मेहनती घने। ਅਨੇਕਾਂ ਹੀ ਸਿੱਖ ਸੇਵਾ ਕਰ ਰਹੇ ਨੇ ਨਿਸ਼ਕਾਮ।
ਤੇ ਅਨੇਕਾਂ ਹੀ ਮਿਹਨਤ ਵਾਲੇ ਮਜ਼ਦੂਰ ਲੱਗੇ ਨਾਲ ਸੇਵਾ ਕਰ ਰਹੇ ਨੇ, ਰਲ ਮਿਲ ਕੇ ਸੇਵਾ ਹੋ ਰਹੀ ਹੈ। ਹਾਂਜੀ, ਕਰਤ ਕਾਰ ਗੁਰ ਸਰਦਾਸਨੇ ਗੁਰੂ ਘਰ ਦੀ ਇਹ ਕਾਰ ਸੇਵਾ ਸ਼ਰਧਾਵਾਨ ਸਿੱਖ ਨਿਭਾ ਰਹੇ ਨੇ। ਜੈ ਦੁਖ ਭੰਜਨ ਬਦਰੀ ਖਰੀ ਅੱਜ ਕੱਲ੍ਹ ਜਿੱਥੇ ਦੁੱਖ ਭੰਜਣੀ ਸਾਹਿਬ ਬੇਰੀ ਖੜੀ ਹੈ, ਇਸ ਪਾਸਿਓਂ ਪਹਿਲਾਂ ਖੁਦਾਈ ਸ਼ੁਰੂ ਹੋਈ ਸੀ। ਬਾਅਦ ਵਿੱਚ ਹੌਲੇ ਹੌਲੇ ਗੁਰੂ ਅਰਜਨ ਦੇਵ ਜੀ ਨੇ ਚਾਰੇ ਪਾਸਿਓਂ ਸਰੋਵਰ ਉਹਨਾਂ ਨੇ ਖੁਦਵਾਇਆ, ਪਰ ਸ਼ੁਰੂ ਇੱਥੋਂ ਗੁਰੂ ਰਾਮਦਾਸ ਜੀ ਨੇ ਕਰਵਾਇਆ ਸੀ। ਹਾਂਜੀ, ਕਹਤੇ ਖਨੇ ਸਵਾਇਸ ਕਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਗਿਆ ਦਿੱਤੀ ਵੀ ਇੱਥੋਂ ਖੁਦਾਈ ਸ਼ੁਰੂ ਕਰੀਏ, ਕਿਉਂਕਿ ਇਹ ਦੁੱਖ ਭੰਜਨੀ ਵਾਲੀ ਥਾਂ ਦੇ ਨਾਲ ਹੀ ਇੱਕ ਥੜਾ ਹੈ। ਉਹ ਥੜੇ ਦਾ ਇਤਿਹਾਸ ਇਹ ਹੈ, ਉਹਨੂੰ 68 ਤੀਰਥ ਕਹਿੰਦੇ ਨੇ। ਉੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਆ ਕੇ ਖੜੇ ਹੋਏ ਸਨ, ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਉਹਦਾ ਨਾਮ 68 ਤੀਰਥ ਰੱਖਿਆ ਤੇ ਨਾਲ ਬਾਣੀ 'ਚ ਸ਼ਬਦ ਉਚਾਰਿਆ, 68 ਤੀਰਥ ਜਹ ਸਾਧ ਪਗ ਧਰੈ। ਜਿੱਥੇ ਮਹਾਂਪੁਰਸ਼ ਗੁਰੂ ਨਾਨਕ ਦੇਵ ਜੀ ਪੈਰ ਪਾ ਦਿੰਦੇ ਨੇ, 68 ਤੀਰਥ ਬਣ ਜਾਂਦੇ ਨੇ। ਗੁਰੂ ਨਾਨਕ ਦੇਵ ਦੇ ਚਰਨ ਪਏ ਨੇ, ਇਸ ਕਰਕੇ ਸਭ ਤੋਂ ਵੱਡਾ ਇਹ ਸਥਾਨ, ਇਹਨੂੰ 68 8 ਤੇ 60 68 ਤੀਰਥ ਨੇ ਹਿੰਦੁਸਤਾਨ ਦੇ ਵਿੱਚ ਪਵਿੱਤਰ। ਪਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਪੈਰ ਪਾ ਤੇ ਉੱਥੇ ਸਾਰੇ ਹੀ ਆ ਕੇ ਖੜ ਗਏ। ਹੋਰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ। ਗੁਰੂ ਕੇ ਸਿੱਖ ਨੂੰ ਇੱਥੇ ਆ ਕੇ ਇਸ਼ਨਾਨ ਕਰੇ, 68 ਤੀਰਥਾਂ ਦਾ ਫਲ ਇੱਥੇ ਹੀ ਮਿਲ ਜਾਂਦਾ। ਇਹ ਵਿਸ਼ਵਾਸ ਗੁਰੂ ਕੇ ਸਿੱਖ ਨੂੰ ਹੋਣਾ ਚਾਹੀਦਾ ਕਿ ਮੇਰੇ ਗੁਰੂ ਦਾ ਸਥਾਨ ਸਭ ਤੋਂ ਵੱਡਾ, ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ। ਸੋ 68 ਤੀਰਥ ਜਹ ਸਾਧ ਪਗ ਧਰੈ, ਜਿੱਥੇ ਗੁਰੂ ਦੇ ਚਰਨ ਪੈ ਗਏ, ਸਮਝੋ 68 ਤੀਰਥ ਉੱਥੇ ਬਣ ਗਏ। ਉਹ ਜਗ੍ਹਾ ਦੇ ਲਾਗੇ ਹੀ ਦੁੱਖ ਭੰਜਨੀ ਸਾਹਿਬ ਹੈ, ਬੇਰੀ ਹੈ। ਗੁਰਦੁਆਰਾ ਵੀ ਦੁੱਖ ਭੰਜਨੀ ਸਾਹਿਬ ਦਾ ਬਣਿਆ ਹੋਇਆ। ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ, ਹਰ ਵੇਲੇ ਬਾਣੀ ਪੜ੍ਹੀ ਜਾਂਦੀ, ਸੰਗਤਾਂ ਇਸ਼ਨਾਨ ਕਰ ਰਹੀਆਂ, ਕੋਈ ਨਾਮ ਜਪ ਰਿਹਾ। ਉਹਦਾ ਜਿਨ੍ਹਾਂ ਨੇ ਦਰਸ਼ਨ ਕੀਤੇ ਆ, ਸਾਰੇ ਗੁਰਮੁਖਾਂ ਨੂੰ ਪਤਾ ਹੀ ਹੈ ਵੀ ਕਿੰਨੀ ਕੁ ਮਹਿਮਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈ। ਸੋ ਉਸ ਜਗ੍ਹਾ ਤੇ ਜਿੱਥੇ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਚਰਨ ਪਾਏ ਸੀ, ਉੱਥੇ ਹੀ ਗੁਰੂ ਰਾਮਦਾਸ ਜੀ ਨੇ ਟੱਕ ਲਾ ਕੇ ਖੁਦਾਈ ਸ਼ੁਰੂ ਕੀਤੀ ਹੈ। ਹਾਂਜੀ, ਆਪ ਨਿਕਟ ਬੈਠੇ ਚੌਕ ਹੈ ਆਪ ਕੋਲ ਬਹਿ ਗਏ ਗੁਰੂ ਰਾਮਦਾਸ ਸਾਹਿਬ ਜੀ, ਬਾਬਾ ਬੁੱਢਾ ਜੀ, ਤੇ ਜੋ ਕਹਿੰਦੇ ਨੇ ਸੰਗਤਾਂ ਕਰੀ ਜਾਂਦੀਆਂ ਨੇ। ਹਾਂਜੀ, ਮ੍ਰਿਤ ਕਾ ਵਹਿਰ ਗਰਾਵਤ ਲਹੈ, ਸੰਗਤਾਂ ਮਿੱਟੀ ਪੁੱਟ ਪੁੱਟ ਕੇ ਬਾਹਰ ਸਿੱਟਦੀਆਂ ਨੇ। ਇਹ ਸੇਵਾ ਗੁਰੂ ਰਾਮਦਾਸ ਜੀ ਆਪਣੀਆਂ ਅੱਖਾਂ ਨਾਲ ਦੇਖਦੇ ਹਨ। ਇਸੀ ਪ੍ਰਕਾਰ ਖੰਤ ਦਿਨ ਸਾਡੇ, ਇਸ ਪ੍ਰਕਾਰ ਸਾਰਾ ਦਿਨ ਸੇਵਾ ਜਾਰੀ ਰਹਿੰਦੀ ਹੈ। ਸਵੇਰ ਦੇ ਲੱਗੇ ਸ਼ਾਮ ਤਾਈਂ ਸਿੱਖ ਮਿੱਟੀ ਪੁੱਟੀ ਜਾਂਦੇ ਕਈਆਂ ਨਾਲ, ਤੇ ਟੋਕਰੀਆਂ 'ਚ ਪਾ ਪਾ ਕੇ ਬਾਹਰ ਸਿੱਟੀ ਜਾਂਦੇ ਆ। ਬਹੁਤ ਸਿੱਖ ਲੱਗੇ ਹਨ। ਵੀ ਸੰਧਿਆ ਦਿਸ ਗ੍ਰਾਮ ਵਧਾਰੇ, ਔਲੇ ਔਲੇ ਸਾਰੇ ਪਾਸੇ ਪਿੰਡਾਂ ਵਿੱਚ ਖਬਰ ਹੋ ਗਈ ਵੀ ਸੇਵਾ ਲੱਗੀ ਹੈ, ਚਲੋ ਭਾਈ ਤੀਰਥ ਬਣ ਰਿਹਾ ਬੜਾ ਮਹਾਨ। ਗੁਰੂ ਮਹਾਰਾਜ ਦਾ ਗੁਰੂ ਰਾਮਦਾਸ ਸਾਹਿਬ ਜੀ ਬਣਾ ਰਹੇ ਨੇ। ਗੁਰੂ ਅਮਰਦਾਸ ਜੀ ਦਾ ਹੁਕਮ ਹੈ, ਜਿੰਨੇ ਵੀ ਮਾਝੇ ਮਾਲਵੇ ਦੁਆਬੇ ਦੇ ਸਿੱਖ ਸੁਣਦੇ ਨੇ, ਸਭ ਆ ਜਾਂਦੇ ਨੇ ਸੇਵਾ ਤੇ। ਹਾਂਜੀ, ਹੋਤ ਪ੍ਰਭਾਤ ਸਭ ਕੋ ਸੰਗ ਲੈ ਕੇ, ਜਿੰਨੀ ਸੰਗਤ ਆਉਂਦੀ ਹੈ ਸਾਰੀ ਸੰਗਤ ਨੂੰ ਸਵੇਰੇ ਨਾਸ਼ਤਾ ਪਾਣੀ ਕਰਾ ਕੇ, ਪ੍ਰਸ਼ਾਦਾ ਪਾਣੀ ਛਕਾ ਕੇ ਨਾਲ ਲੈ ਕੇ ਕਾਰ ਗਰਾਵਤ ਤਹਾਂ ਥਿਰ ਕੈ, ਗੁਰੂ ਰਾਮਦਾਸ ਜੀ ਉੱਥੇ ਬਹਿ ਜਾਂਦੇ ਨੇ ਬੇਰੀ ਦੇ ਥੱਲੇ, ਤੇ ਬਸ ਉੱਥੇ ਵੀ ਸਾਰਾ ਦਿਨ ਸੇਵਾ ਜਾਰੀ ਰਹਿੰਦੀ ਹੈ। ਹਾਂਜੀ, ਕੇਤਕ ਮਾਸ ਏਮ ਕੀਨ ਖੁਲਾਵਨ, ਇਸ ਤਰ੍ਹਾਂ ਕੁਝ ਮਹੀਨੇ 2-4 ਮਹੀਨੇ ਲਗਾਤਾਰ ਇਹ ਖੁਦਾਈ ਹੁੰਦੀ ਰਹੀ। ਕੰਮ ਵੱਡਾ ਸੀ, ਇਸ ਕਰਕੇ ਟਾਈਮ ਤਾਂ ਲੱਗਣਾ ਸੀ। ਕਾਫੀ ਸਿੱਖ ਲੱਗੇ ਰਹੇ ਸੇਵਾ ਕਰਨ। ਹਾਂਜੀ, ਮ੍ਰਿਤ ਕਾ ਅਧਿਕ ਕਰਹਿ ਨਿਕਸਾਵਨ, ਕਈਆਂ ਨਾਲ ਮਿੱਟੀ ਪੁੱਟਦੇ ਨੇ, ਟੋਕਰੀਆਂ 'ਚ ਪਾਉਂਦੇ ਨੇ ਤੇ ਬਾਹਰ ਕੱਢਦੇ ਨੇ। ਗੁਰਤਾ ਦੇਨ ਸਮੋ ਤਬ ਜਾਵਾ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਬਹਿਣ ਦਾ ਸਮਾਂ ਆਇਆ, ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ। ਹਾਂਜੀ, ਸ੍ਰੀ ਗੁਰੂ ਅਮਰ ਇਨਹੁ ਬੁਲਵਾਵਾ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਵਾਪਸ ਬੁਲਾ ਲਿਆ। ਕਹਿਣ ਲੱਗੇ ਉਹਨਾਂ ਨੂੰ ਕਹੋ ਕਿ ਗੋਇੰਦਵਾਲ ਆ ਜਾਣ, ਸੇਵਾ ਬਾਅਦ 'ਚ ਹੋਵੇਗੀ।
ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਹੁਕਮ ਮੰਨ ਕੇ ਵਾਪਸ ਆ ਗਏ ਗੋਇੰਦਵਾਲ ਸਾਹਿਬ। ਹਾਂਜੀ, ਦੁਖ ਭੰਜਨ ਬਦਰੀ ਤਰ ਤੀਰ। ਉਹ ਜਿਹੜੀ ਦੁੱਖ ਭੰਜਨੀ ਬੇਰੀ ਹੈ ਉਹਦੇ ਲਾਗੇ ਲਾਗੇ ਜਿੰਨੀ ਖੁਦਾਈ ਹੋਈ ਸੀ ਉੱਥੇ ਹੀ ਕੰਮ ਰੁਕ ਗਿਆ, ਸੇਵਾ ਉੱਥੇ ਹੀ ਬੰਦ ਹੋ ਗਈ, ਅੱਗੇ ਨਹੀਂ ਚੱਲੀ। ਉਹ ਜਿਹੜਾ ਕੰਮ ਸੀਗਾ ਉਹ ਫਿਰ ਗੁਰੂ ਅਰਜਨ ਦੇਵ ਜੀ ਪੂਰਾ ਕੀਤਾ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਖੁਦਾਈ ਸ਼ੁਰੂ ਕਰਵਾਈ ਸੀ, ਪਰ ਜਿੰਨੀ ਖੁਦਾਈ ਹੋਈ ਉਹਦੇ ਵਿੱਚ ਪਾਣੀ ਜਿਹੜਾ ਸੀ ਮੀਂਹ ਦਾ ਇਕੱਠਾ ਹੋ ਗਿਆ, ਬਰਸਾਤ ਦਾ ਪਾਣੀ ਉਹ ਹੀ ਖੜਾ ਸੀ। ਉਹਦੇ ਵਿੱਚ ਹੀ ਉਹ ਪਿੰਗਲਾ ਜਿਹੜਾ ਨਾ ਉਹ ਇਸ਼ਨਾਨ ਕਰਕੇ ਰਾਜੀ ਹੋਇਆ ਸੀ, ਰਜਨੀ ਦਾ ਪਤੀ। ਉਹ ਜਿਹੜਾ ਮੀਂਹ ਦਾ ਪਾਣੀ ਉੱਥੇ ਅੰਮ੍ਰਿਤ ਦਾ ਕੁੰਡ ਬਣ ਗਿਆ ਸੀਗਾ, ਉੱਥੋਂ ਫਿਰ ਮਹਿਮਾ ਵਧੀ ਸੀ। ਸੋ ਮਹਾਰਾਜ ਗੁਰੂ ਰਾਮਦਾਸ ਜੀ ਗੱਦੀ ਤੇ ਬੈਠ ਗਏ। ਹਾਂਜੀ, ਟੋਆ ਭਇਓ ਕੁਛ ਗੰਭੀਰ। ਪੰਜਾਬੀ 'ਚ ਆਪਾਂ ਟੋਆ ਕਹਿ ਦਿੰਦੇ ਹਾਂ, ਛੋਟਾ ਜਿਹਾ ਡੂੰਘਾ ਟੋਆ ਉੱਥੇ ਬਣ ਗਿਆ, ਜਿਹਦੇ ਵਿੱਚ ਜਲ ਬਰਸਾਤ ਦਾ ਮੀਂਹ ਦਾ ਭਰ ਗਿਆ। ਹਾਂਜੀ, ਸੁਣ ਕਰ ਹੁਕਮ ਤਥਾ ਤਜ ਗਏ। ਸਾਧ ਸੰਗਤ ਜੀ, ਗੁਰੂ ਰਾਮਦਾਸ ਸਾਹਿਬ ਜੀ ਨੂੰ ਹੁਕਮ ਆ ਗਿਆ ਵੀ ਤੁਸੀਂ ਵਾਪਸ ਆ ਜਾਓ ਗੋਇੰਦਵਾਲ, ਗੁਰੂ ਸਾਹਿਬ ਬੁਲਾ ਰਹੇ ਨੇ। ਤੇ ਗੁਰੂ ਸਾਹਿਬ ਦਾ ਸੱਦਾ ਪਾ ਕੇ ਉਹ ਸੇਵਾ ਉੱਥੇ ਹੀ ਛੱਡ ਕੇ ਵਿੱਚ ਹੀ ਚੌਥੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਚਲੇ ਗਏ। ਗੋਇੰਦਵਾਲ ਪਹੁੰਚਤੇ ਭਏ। ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਹੋਏ। ਹਾਂਜੀ, ਕਰ ਬੰਧਨ ਜੋਗ ਪਦ ਅਰਬਿੰਦ। ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਬੰਦਨਾ ਕਰਕੇ ਬੈਠਿਓ ਸਨਮੁਖ ਦਵੈ ਕਰ ਬੰਦ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੈਠ ਗਏ ਜਾ ਕੇ। ਹਾਂਜੀ, ਚਾਕੀ ਗਾਥਾ ਬੂਝਨ ਕੀਨੋ। ਮਹਾਰਾਜ ਸਾਹਿਬ ਜੀ ਨੇ ਚੱਕ ਕੀ ਗਾਥਾ ਬੂਝਨ ਕੀ, ਚੱਕ ਦੀ ਕਥਾ, ਰਾਮਦਾਸਪੁਰ ਦੀ ਅੰਮ੍ਰਿਤਸਰ ਦੀ ਕਥਾ ਪੁੱਛੀ। ਗੁਰੂ ਅਮਰਦਾਸ ਜੀ ਕਹਿੰਦੇ ਸੁਣਾਓ ਰਾਮਦਾਸ ਜੀ, ਕਿਵੇਂ ਹੈ, ਸਰੋਵਰ ਕਿੰਨਾ ਕੁ ਬਣਿਆ ਹੈ, ਨਗਰ ਕਿੰਨਾ ਕੁ ਵਸਿਆ ਹੈ, ਕੈਸੇ ਕਰਿਓ ਜਾਏ ਥਲ ਚੀਨ। ਤੁਸੀਂ ਕਿੱਦਾਂ ਦਾ ਸਰੋਵਰ ਬਣਾ ਰਹੇ ਹੋ, ਨਗਰ ਕਿਵੇਂ ਜਿਹਾ ਵਸਾ ਰਹੇ ਹੋ, ਦੱਸੋ ਸਾਨੂੰ। ਹਾਂਜੀ, ਸੁਣ ਸੋਢੀ ਕੁਲ ਭੂਖਨ ਕਹਿਓ। ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਕੁਲ ਦੇ ਭੂਸ਼ਣ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਦੱਸਦੇ ਹਨ। ਚੱਕ ਕੇ ਪੂਰਬ ਕੀ ਦਿਸ ਲਹਿਓ। ਇਹ ਸੱਚੇ ਪਾਤਸ਼ਾਹ ਜੋ ਆਪ ਜੀ ਦੀ ਕਿਰਪਾ ਨਾਲ ਨਗਰ ਵਸਾ ਰਹੇ ਆ, ਉਹਦਾ ਜਿਹੜਾ ਪੂਰਬੀ ਪਾਸਾ ਹੈ, ਪੂਰਬ ਵਾਲਾ ਪਾਸਾ, ਈਸਟ ਵਾਲਾ ਪਾਸਾ ਹੈ, ਨਮਨ ਸਥਾਨ ਨੀਰ ਮਿਟਮਾਵੈ। ਉੱਥੇ ਮਹਾਰਾਜ ਜੀ ਨੀਵੀਂ ਥਾਂ ਹੈ, ਜਲ ਉੱਥੇ ਇਕੱਠਾ ਹੋ ਸਕਦਾ ਹੈ। ਬਦਰੀ ਤਰ ਸਮੁਦਾਇ ਦਸਾਵੈ। ਉੱਥੇ ਮਹਾਰਾਜ ਬੇਰੀਆਂ ਬੜੀਆਂ ਖੜੀਆਂ ਹਨ, ਬੇਰਾਂ ਦੇ ਝੁੰਡ ਖੜੇ ਹਨ, ਬੇਰੀਆਂ ਦੇ ਦਰਖਤ ਹਨ। ਜਹਾਂ ਤਾਹੇ ਅਵਤਾਰ ਖਨਾਇਓ। ਮਹਾਰਾਜ ਉੱਥੇ ਜਾ ਕੇ ਤੁਹਾਡੇ ਹੁਕਮ ਨਾਲ ਜੋ ਆਪ ਜੀ ਨੇ ਜਗ੍ਹਾ ਦੱਸੀ ਸੀ, ਨਿਸ਼ਾਨੀ ਦਿੱਤੀ ਸੀ, ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਹੈ। ਨਿਜ ਕਰਤੇ ਟਕ ਪ੍ਰਥਮ ਲਗਾਇਓ। ਆਪ ਜੀ ਦੀ ਆਗਿਆ ਨਾਲ ਅਸੀਂ ਆਪਣੇ ਹੱਥੀਂ ਟਕ ਲਾਇਆ ਹੈ। ਸ੍ਰੀ ਨਾਨਕ ਸ੍ਰੀ ਅੰਗਦ ਨਾਥ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਅਰਦਾਸ ਕੀਤੀ ਹੈ ਪਹਿਲਾਂ। ਦੀਨ ਦੁਨੀਆ ਦੇ ਮਾਲਕ ਪਹਿਲੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਸ਼ੁਕਤ ਆਪ ਕੇ ਟੋਕਿਓ ਮਾਥ। ਔਰ ਆਪ ਜੀ ਨੂੰ ਯਾਦ ਕਰਕੇ ਤਿੰਨਾਂ ਪਾਤਸ਼ਾਹੀਆਂ ਦਾ ਨਾਮ ਲੈ ਕੇ ਅਸੀਂ ਗਰੀਬਾਂ ਨੇ ਅਰਦਾਸ ਕੀਤੀ ਤੇ ਆਪ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਤੇ ਫਿਰ ਅਸੀਂ ਟੱਕ ਲਾਇਆ। ਸਿਮਰਿਓ ਨਾਮ ਬੇਗਨ ਗਨ ਹਰਤਾ। ਉਹ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ, ਜਿਨ੍ਹਾਂ ਦਾ ਨਾਮ ਲੈਣ ਨਾਲ ਸਾਰੇ ਵਿਘਨ ਕੱਟੇ ਜਾਂਦੇ। ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਸੱਚੇ ਪਾਤਸ਼ਾਹ ਆਪ ਜੀ ਨੂੰ ਯਾਦ ਕਰਕੇ ਫਿਰ ਅਰਦਾਸ ਕਰਕੇ ਤੇ ਫਿਰ ਅਸੀਂ ਟੱਕ ਲਾਇਆ। ਹਾਂਜੀ, ਸਦਾ ਸੁਖ ਬਹੁ ਮੰਗਲ ਕਰਤਾ। ਆਪ ਜੀ ਦਾ ਨਾਮ ਜਿਹੜਾ ਹੈ ਸਤਿਗੁਰੂ ਜੀ ਸੁਖ ਦੇਣ ਵਾਲਾ ਹੈ, ਖੁਸ਼ੀਆਂ ਦੇਣ ਵਾਲਾ ਹੈ। ਬਹੁ ਮਿਸ਼ਟਾਨ ਤਹ ਅਨਵਾਇਓ। ਇਹ ਮਹਾਰਾਜ ਜੀ ਬਹੁਤ ਮਠਿਆਈਆਂ ਵਰਤਾਈਆਂ ਗਈਆਂ, ਜਲੇਬੀਆਂ, ਲੱਡੂ, ਬਹੁਤ ਵਧੀਆ ਵਧੀਆ ਉੱਥੇ ਮਠਿਆਈਆਂ ਤੇ ਗੁੜ ਤੇ ਮਿੱਠਾ ਵੰਡਿਆ ਗਿਆ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੰਡੀਆਂ ਗਈਆਂ।
ਸਤਿਗੁਰ ਹੇਤ ਸਕਲ ਵਰਤਾਇਓ। ਗੁਰੂ ਨਿਮਿਤ ਗੁਰੂ ਕੀ ਸੰਗਤ ਦਾ ਮੂੰਹ ਮਿੱਠਾ ਕਰਾਇਆ ਗਿਆ। ਹਾਂਜੀ। ਬਿਰਧ ਆਦਿਕ ਸਿੱਖ ਸਹਿਤ ਵਿਵੇਕ। ਬਾਬਾ ਬੁੱਢਾ ਜੀ ਵਰਗੇ ਮਹਾਪੁਰਸ਼ ਵਿਵੇਕੀ ਗਿਆਨੀ ਸਿੱਖ ਜਿਹੜੇ ਹਨ, ਹੁਤੇ ਸੋ ਗੁਰਮੁਖ ਨਾਥ ਅਨੇਕ ਸਾਥ ਅਨੇਕ। ਬੜੇ ਬੜੇ ਗੁਰਮੁਖ ਸਿੱਖ ਆਪ ਜੀ ਨੇ ਜੋ ਨਾਲ ਭੇਜੇ ਸਨ, ਉਹਨਾਂ ਮਹਾਪੁਰਸ਼ਾਂ ਨੇ ਹੱਥੀਂ ਸੇਵਾ ਕੀਤੀ ਹੈ। ਬਾਬਾ ਬੁੱਢਾ ਜੀ ਦੀ ਸਲਾਹ ਨਾਲ ਹੀ ਅਸੀਂ ਸਾਰਾ ਕੰਮ ਕਰ ਰਹੇ ਹਾਂ। ਕਰ ਦਿਨ ਬੈਠ ਗਰਾਵਤ ਕਾਰ। ਸਾਰਾ ਦਿਨ ਬਾਬਾ ਬੁੱਢਾ ਜੀ ਨਾਲ ਸਾਡੇ ਸੇਵਾ ਕਰਾਉਂਦੇ ਨੇ। ਹੋਰ ਵੀ ਸੰਗਤਾਂ ਜਿਹੜੀਆਂ ਨੇ ਉਹ ਸਾਰਾ ਦਿਨ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਨੇ। ਜਿੰਨੇ ਮਹਾਂਪੁਰਸ਼ ਨੇ ਗੁਰੂ ਘਰ ਦੇ ਬ੍ਰਹਮ ਗਿਆਨੀ ਸਿੱਖ ਨੇ, ਉਹ ਆਪ ਸੇਵਾ ਕਰਦੇ ਨੇ। ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਮਹਿਮਾ ਐਵੇਂ ਨਹੀਂ ਵਧੀ। ਲੱਖਾਂ ਬ੍ਰਹਮ ਗਿਆਨੀਆਂ ਸਾਧੂਆਂ ਮਹਾਂਪੁਰਸ਼ਾਂ ਦੀ ਕਮਾਈ ਇੱਥੇ ਇਕੱਠੀ ਹੋਈ, ਬੰਦਗੀ ਇਕੱਠੀ ਹੋਈ। ਲੱਖਾਂ ਸ਼ਹੀਦਾਂ ਸਿੰਘਾਂ ਦੇ ਸੀਸ ਇੱਥੇ ਲੱਗੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਜਿੰਨੀਆਂ ਇੱਟਾਂ ਲੱਗੀਆਂ ਨਾ, 100 ਗੁਣਾ ਕਰ ਲਓ, ਸ਼ਹੀਦਾਂ ਦੇ ਸਿਰ ਵੀ ਲੱਗੇ 100 ਗੁਣਾ। ਇੰਨੀਆਂ ਸ਼ਹੀਦੀਆਂ ਹੋਈਆਂ ਮਹਾਂਪੁਰਸ਼ਾਂ ਸ਼ਹੀਦਾਂ ਦੀਆਂ। ਬਾਬਾ ਦੀਪ ਸਿੰਘ ਜੈਸੇ, ਬਾਬਾ ਗੁਰਬਖਸ਼ ਸਿੰਘ ਜੀ ਵਰਗੇ ਮਹਾਂਪੁਰਸ਼ ਉੱਥੇ ਸ਼ਹੀਦ ਹੋਏ। ਵਰਤਮਾਨ ਸਮੇਂ 'ਚ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਮਹਾਂਪੁਰਸ਼, ਕਿਹਨਾਂ ਦਾ ਜ਼ਿਕਰ ਕਰੀਏ, ਮੁੱਢ ਤੋਂ ਹੀ ਸ਼ਹੀਦੀਆਂ ਹੁੰਦੀਆਂ ਆਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਬਣਾਇਆ, ਉਹ ਆਪ ਸ਼ਹੀਦ ਹੋਏ। ਜਿਨ੍ਹਾਂ ਨੇ ਹਰਿਮੰਦਰ ਸਾਹਿਬ ਬਣਾਇਆ, ਸਰੋਵਰ ਬਣਾਇਆ, ਉਹ ਸਤਿਗੁਰੂ ਆਪ ਲਾਹੌਰ ਜਾ ਕੇ ਸ਼ਹੀਦੀ ਪਾਈ, ਮੁੱਢ ਬੰਨਿਆ ਸ਼ਹੀਦਾਂ ਦਾ। ਸ਼ਹੀਦ ਵੀ ਤੇ ਸੰਤ ਵੀ ਤੇ ਬ੍ਰਹਮ ਗਿਆਨੀ ਵੀ ਤੇ ਯੋਧੇ ਵੀ, ਭਗਤ ਵੀ, ਗੁਰਸਿੱਖ ਵੀ, ਸਭ ਇੱਥੇ ਲੱਗੇ ਰਹੇ। ਅਕਾਲ ਪੁਰਖ ਖੁਦ ਇੱਥੇ ਆ ਕੇ ਸੇਵਾ ਕਰ ਗਿਆ। ਸਰਗੁਣ ਰੂਪ ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਉਣ ਆਇਆ ਰਾਮ, ਧਰਤ ਸੁਹਾਵੀ ਤਾਰ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਕਰਕੇ ਖਾਲਸਾ ਜੀ, ਜਿਹੜੀ ਮਹਾਰਾਜ ਸਾਹਿਬ ਜੀ ਦੀ ਇਹ ਪਵਿੱਤਰ ਪਾਵਨ ਧਰਤੀ ਹੈ ਨਾ, ਸ੍ਰੀ ਅੰਮ੍ਰਿਤਸਰ ਸਾਹਿਬ, ਇਹਦੀ ਮਹਿਮਾ ਸੰਸਾਰ ਸਭ ਤੋਂ ਜ਼ਿਆਦਾ ਹੈ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਕੋਈ ਇਹਦੇ ਵਰਗਾ ਸਥਾਨ ਧਰਤੀ ਤੇ ਪਵਿੱਤਰ ਹੈ ਨਹੀਂ। 8 ਪੈਰ ਪਰਮੇਸ਼ਰ ਦੀ ਸਿਫਤੀ ਹੈ, ਉਹ ਦੂਜੀ ਤਾਂ ਗੱਲ ਹੀ ਕੋਈ ਨਹੀਂ। ਹਰਿਮੰਦਰ ਸਾਹਿਬ 1 ਮਿੰਟ ਲਈ, 1 ਸਕਿੰਟ ਲਈ ਵੀ ਭਜਨ ਬੰਦ ਨਹੀਂ ਹੁੰਦਾ। ਸਵੇਰੇ 2:45 ਵਜੇ ਦੁਪਹਿਰੇ ਦੀ ਚੌਂਕੀ ਕੀਰਤਨ ਸ਼ੁਰੂ ਹੁੰਦਾ, 2:30 ਵਜੇ ਗਰਮੀਆਂ 'ਚ, ਸਰਦੀਆਂ 'ਚ 2:45 ਵਜੇ, ਤੇ ਸ਼ਾਮ 10 ਵਜੇ ਕੀਰਤਨ ਸੋਹਲੇ ਦੀ ਚੌਂਕੀ ਤੱਕ ਲਗਾਤਾਰ ਕੀਰਤਨ ਹੁੰਦਾ। ਇੱਕ ਸਿਰਫ ਰਹਿਰਾਸ ਦਾ ਪਾਠ ਹੁੰਦਾ, ਬਾਕੀ ਸਾਰਾ ਦਿਨ ਕੀਰਤਨ ਹੀ ਹੁੰਦਾ, ਜਾਂ ਹੁਕਮਨਾਮੇ ਹੁੰਦੇ ਜਾਂ ਅਰਦਾਸਾਂ ਹੁੰਦੀਆਂ। ਤੇ ਰਾਤ ਨੂੰ ਜਦੋਂ ਕੀਰਤਨ ਬੰਦ ਹੋ ਜਾਂਦਾ, ਭੋਗ ਪੈ ਜਾਂਦਾ, ਸਮਾਪਤੀ, ਮਹਾਰਾਜ ਹਰਿਮੰਦਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਅਕਾਲ ਤਖਤ ਸਾਹਿਬ ਕੋਠੇ ਸਾਹਿਬ ਆ ਜਾਂਦਾ ਹੈ, ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਖੰਡ ਪਾਠ ਸਾਹਿਬ ਚੱਲ ਰਿਹਾ ਹੁੰਦਾ ਲਗਾਤਾਰ। ਜਿੱਥੇ ਅਖੰਡ ਪਾਠ ਸਾਹਿਬ ਚੱਲ ਰਿਹਾ ਹੁੰਦਾ, ਉੱਥੇ ਸਿੱਖ ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ ਵੀ ਕਰੀ ਜਾਂਦੇ ਨੇ ਤੇ ਅੰਦਰ ਸੇਵਾ ਵੀ ਕਰੀ ਜਾਂਦੇ ਨੇ। ਜਦੋਂ ਇਸ਼ਨਾਨ ਦੀ ਸੇਵਾ ਹੁੰਦੀ ਹੈ, ਬੜੇ ਬੜੇ ਨਾਮ ਰਸੀਏ ਗੁਰਸਿੱਖ ਆ ਕੇ ਹਰਿਮੰਦਰ ਸਾਹਿਬ ਦੀ ਇਸ਼ਨਾਨ ਦੀ ਸੇਵਾ ਕਰਦੇ ਨੇ। ਅੰਮ੍ਰਿਤ ਵੇਲੇ 12, 12:30 ਵਜੇ, 2 ਵਜੇ ਤੱਕ ਸਾਰੀਆਂ ਵਿਛਾਈਆਂ ਹੋ ਜਾਂਦੀਆਂ ਨੇ। ਉਹ ਸਾਰੀਆਂ ਸੰਗਤਾਂ ਜਿਹੜੀਆਂ 12 ਵਜੇ ਰਾਤ ਨੂੰ ਇਸ਼ਨਾਨ ਕਰਾਉਂਦੀਆਂ, ਸਿਮਰਨ ਕਰਦੀਆਂ, ਬਾਣੀ ਪੜ੍ਹਦੀਆਂ, 1 ਸਕਿੰਟ ਵੀ ਜਿਹੜਾ ਨਾ ਸਾਹ ਲੈਣ ਦਾ ਟਾਈਮ ਵੀ ਹਰਿਮੰਦਰ ਸਾਹਿਬ 'ਚ ਸਿਮਰਨ, ਭਜਨ, ਬਾਣੀ ਬੰਦ ਨਹੀਂ ਹੁੰਦੀ, ਲਗਾਤਾਰ ਚੱਲਦੀ, ਰਾਤ ਨੂੰ ਵੀ ਦਿਨੇ। ਉਹਦਾ ਸਾਰੇ ਪਾਸੇ ਫਿਰ ਪ੍ਰਕਾਸ਼ ਹੈ, ਬਾਣੀ ਦੀ ਕਲਾ ਵਰਤਦੀ ਹੈ। ਤੋ ਇਹ ਸਥਾਨ ਵਰਗਾ ਕੋਈ ਸਥਾਨ ਨਹੀਂ। ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸ ਰਹੇ ਨੇ ਮਹਾਰਾਜ, ਬੜੇ ਬੜੇ ਮਹਾਂਪੁਰਸ਼ ਬਾਬਾ ਬੁੱਢਾ ਜੀ ਵਰਗੇ ਨਾਲ ਹੋ ਕੇ ਸੇਵਾ ਕਰਾ ਰਹੇ ਨੇ। ਲਗੇ ਮਜ਼ਦੂਰ ਉਠਾਵਤ ਭਾਰ, ਔਰ ਮਜ਼ਦੂਰ ਲੱਗੇ ਹੋਏ ਨੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਮਿੱਟੀ ਪੁੱਟਣ ਦੀ, ਖੋਦਣ ਦੀ ਕਰਦੇ ਨੇ। ਮਜ਼ਦੂਰ ਵੀ ਕਰਦੇ ਨੇ, ਦਿਹਾੜੀ ਲੈ ਕੇ। ਜਿਹੜੇ ਘਰੋਂ ਗਰੀਬ ਨੇ, ਉਹ ਕਹਿੰਦੇ ਮਹਾਰਾਜ ਸਾਨੂੰ ਕੋਈ ਦਿਹਾੜੀ ਦੇ ਦਿਓ, ਅਸੀਂ ਸੇਵਾ ਵੀ ਕਰ ਲਈਏ ਤੇ ਸਾਡੇ ਬੱਚੇ ਰੋਟੀ ਵੀ ਖਾ ਲੈਣ। ਉਹਨਾਂ ਨੂੰ ਮਹਾਰਾਜ ਸਾਹਿਬ ਜੀ ਮਜ਼ਦੂਰੀ ਦੇ ਦਿੰਦੇ ਸੀ, ਬਾਬਾ ਬੁੱਢਾ ਜੀ। ਤੇ ਜਿਹੜੇ ਫ੍ਰੀ ਸੇਵਾ ਕਰਨ ਵਾਲੇ, ਉਹ ਫ੍ਰੀ ਸੇਵਾ ਕਰਦੇ। ਹਾਂਜੀ,
ਤਿਮ ਸਿੱਖਨ ਮਿਲ ਕਾਰ ਕਮਾਈ। ਸਿੱਖ ਵੀ ਸੇਵਾ ਕਰਦੇ ਨੇ, ਮਜ਼ਦੂਰ ਵੀ ਸੇਵਾ ਕਰਦੇ ਨੇ, ਹਿੰਦੂ ਮੁਸਲਮਾਨ ਸਾਰੇ ਸੇਵਾ ਕਰਦੇ ਨੇ। ਹਾਂਜੀ, ਕੇਤਕ ਦਿਨ ਮਿਲਤ ਕਾ ਖਨਵਾਈ। ਮਹਾਰਾਜ ਸਾਹਿਬ ਜੀ ਦੀ ਇਹ ਸੇਵਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸ ਰਹੇ ਨੇ ਗੁਰੂ ਰਾਮਦਾਸ ਜੀ ਕਿ ਮਹਾਰਾਜ ਕੁਝ ਦਿਨ ਹੋ ਗਏ ਮਿੱਟੀ ਪੁੱਟਣ ਤੇ ਖੋਦਣ ਤੇ ਲੱਗੇ ਹੋਏ ਆ, ਬਹੁਤ ਦਿਵਸ ਕੋ ਕਾਜ ਵਿਸਾਲਾ। ਪਰ ਕੰਮ ਬੜਾ ਵੱਡਾ ਹੈ, ਬਹੁਤ ਦਿਨ ਲੱਗਣੇ ਨੇ, ਇਹ ਕੰਮ ਇੱਕ ਦਿਨ 'ਚ ਹੋਣ ਵਾਲਾ ਨਹੀਂ ਹੈ। ਸਰੋਵਰ ਦੀ ਖੁਦਾਈ ਮਹਾਰਾਜ ਆਪ ਜੀ ਨੇ ਹੀ ਕਿਰਪਾ ਕਰਨੀ ਤਾਂ ਹੋਣੀ ਹੈ। ਹਾਂਜੀ, ਹੋਏ ਨਰ ਬਿੰਦ ਕਰਹਿ ਚਿਰਕਾਲਾ। ਬਹੁਤ ਸਾਰੇ ਲੋਕ ਲੱਗਣਗੇ ਤਾਂ ਇਹ ਸੇਵਾ ਹੋਵੇਗੀ। ਸਾਤੇ ਅਰਪ ਕਾਜ ਹੀ ਪਇਓ। ਇਸ ਕਰਕੇ ਮਹਾਰਾਜ ਅਜੇ ਥੋੜਾ ਹੀ ਕੰਮ ਹੋਇਆ, ਭਾਵ ਥੋੜੀ ਸੇਵਾ ਹੋਈ ਹੈ। ਲਗ ਸਥਾਨ ਕਛ ਖੋਦਿਓ ਗਇਓ। ਕੁਝ ਦਿਨਾਂ ਦੇ ਵਿੱਚ ਸੱਚੇ ਪਾਤਸ਼ਾਹ ਲਗ ਸਥਾਨ ਕਛ ਖੋਦਿਓ ਗਇਓ। ਕੁਝ ਥੋੜਾ ਜਿਹਾ ਸਥਾਨ ਹੀ ਖੋਦਿਆ ਗਿਆ ਹੈ। ਸੁਨ ਮੋਹਿਨ ਪਿਤ ਖਰੂ ਸਹਾਰਿਓ। ਸਰਾਹਿਓ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇਹ ਗੱਲ ਸੁਣ ਕੇ ਗੁਰੂ ਰਾਮਦਾਸ ਜੀ ਨੂੰ ਸ਼ਾਬਾਸ਼ ਦਿੱਤੀ ਹੈ। ਨੀਕੋ ਥਲ ਸੋਈ ਹਮ ਚਾਹਿਓ। ਕਹਿਣ ਲੱਗੇ ਠੀਕ ਹੈ, ਜਿਹੜੀ ਜਗ੍ਹਾ ਅਸੀਂ ਕਹਿੰਦੇ ਸੀ ਉਹੀ ਹੈ, ਤੁਸੀਂ ਉਹ ਜਗ੍ਹਾ ਚੰਗੀ ਤਰ੍ਹਾਂ ਪਛਾਣ ਲਈ ਹੈ, ਭਲਾ ਹੋਇਆ। ਹੁਣ ਉੱਥੇ ਸਰੋਵਰ ਬਣੇਗਾ, ਬਹੁਤ ਹੀ ਸੁੰਦਰ ਸਰੋਵਰ ਬਣੇਗਾ। ਹਾਂਜੀ, ਲੀਲਾਵਤੀ ਪੁਰੀ ਸ਼ੋਭ ਥਾਨ। ਇਹ ਕਿਸੇ ਜ਼ਮਾਨੇ 'ਚ ਬਹੁਤ ਪੁਰਾਣੇ ਸਤਯੁਗ ਵਿੱਚ ਇੱਥੇ ਇੱਕ ਪਵਿੱਤਰ ਨਗਰ ਵਸਦਾ ਸੀ। ਲੀਲਾਵਤੀ ਨਾਮ ਸੀ, ਪਰਮੇਸ਼ਰ ਦੀ ਲੀਲਾ ਇੱਥੇ ਹੁੰਦੀ ਸੀ। ਹਾਂਜੀ, ਇਸਰ ਪਰ ਬਰ ਸਭੈ ਮਹਾਨ ਬਸੈ ਮਹਾਨ। ਜਦੋਂ ਇਹ ਸਰੋਵਰ ਬਣ ਜਾਏਗਾ, ਇਹਦੇ ਕਰਕੇ ਇੱਥੇ ਨਿਤ ਨਵੀਂ ਲੀਲਾ, ਨਿਤ ਨਵੀਆਂ ਖੁਸ਼ੀਆਂ ਹੋਣਗੀਆਂ। ਇਹ ਫਿਰ ਪ੍ਰਗਟ ਹੋਵੇਗਾ ਸਤਿਯੁਗ ਦੇ ਵਿੱਚੋਂ, ਜਦ ਗੁਪਤ ਹੋਇਆ ਸੀ। ਇਹ ਸਥਾਨ ਕਲਯੁਗ ਦੇ ਵਿੱਚ ਲੱਖਾਂ ਲੋਕਾਂ ਨੂੰ ਖੁਸ਼ੀਆਂ ਵੰਡੇਗਾ। ਚੰਕਾਰ ਪਾ ਉਜਰੀ ਪਰੀ। ਬਹੁਤ ਲੰਮਾ ਸਮਾਂ ਹੋ ਗਿਆ ਸੀ, ਚਿਰੰਕਾਰ ਹੋ ਗਿਆ ਸੀ, ਇਹ ਨਗਰੀ ਉਜੜ ਗਈ ਸੀ। ਹਾਂਜੀ, ਤਬ ਇਹ ਬਸੈਂਗੀ, ਤਬ ਇਹ ਬਸੈਂਗੀ ਬੜਪੁਰੀ। ਅਬ ਇਹ ਬਸੇਗੀ ਬਾਂਡਪੁਰੀ, ਹੁਣ ਇਹ ਫਿਰ ਵੱਡੀ ਬਸੇਗੀ ਨਗਰੀ, ਬਹੁਤ ਸੋਹਣੀ। ਹਾਂਜੀ, ਸ੍ਰੀ ਗੁਰੂ ਅੰਗਦ ਹੋਏ ਕਿਰਪਾਲ। ਜਿਵੇਂ ਸਾਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਹਮੈ ਬਸਾਇਓ ਗੋਇੰਦਵਾਲ। ਸ੍ਰੀ ਗੋਇੰਦਵਾਲ ਸਾਨੂੰ ਭੇਜ ਦਿੱਤਾ ਸੀ। ਆਪ ਖੰਡੂਰ ਸਾਹਿਬ ਸਨ, ਸਾਨੂੰ ਹੁਕਮ ਦਿੱਤਾ ਸੀ ਵੀ ਗੋਇੰਦਵਾਲ ਬਸਾਓ ਜਾ ਕੇ। ਹਾਂਜੀ, ਗੁਜਰਪੁਰੀ ਬਸਾਵਨ ਕਰੀ। ਇਹ ਨਗਰੀ ਵਿਜੜੀ ਪਈ ਸੀ ਗੋਇੰਦਵਾਲ। ਸਾਨੂੰ ਮਹਾਰਾਜ ਨੇ ਕਿਰਪਾ ਕਰਕੇ ਸੇਵਾ ਲਾਈ, ਉਹਨਾਂ ਦੀ ਕਿਰਪਾ ਨਾਲ ਇਹ ਨਗਰੀ ਵਸ ਗਈ। ਹਮ ਜੋਤ ਬਸੀ, ਹਮ ਜੋਤ ਬਸੀ ਨੀਕ ਇਹੋ ਪੁਰੀ। ਹੁਣ ਅਸੀਂ ਆ ਕੇ ਵਸੇ ਆ ਤੇ ਨਗਰੀ ਸੋਹਣੀ ਵਸ ਗਈ ਹੈ ਤੇ ਬੜਾ ਸੋਹਣਾ ਇੱਥੇ 22 ਸਾਲ ਕੱਟੇ ਨੇ। ਹਾਂਜੀ, ਨਾਮ ਤੁਮਾਰੇ ਪਾਰਪੁਰ ਹੋਏ। ਇਹ ਹੁਣ ਤੁਹਾਡੇ ਨਾਂ ਦੇ ਉੱਤੇ ਪ੍ਰਗਟ ਹੋਏਗੀ ਰਾਮਦਾਸਪੁਰੀ, ਅੰਮ੍ਰਿਤਸਰ, ਇਹ ਪ੍ਰਗਟ ਹੋਵੇਗੀ ਜਗ੍ਹਾ। ਹਾਂਜੀ, ਜਗਬੋ ਬੀਤਹਿ ਤੀਰਥ ਸੋਏ। ਬੜਾ ਇਸ ਸੰਸਾਰ ਦੇ ਵਿੱਚ ਤੀਰਥ ਬਿਰਤ ਪ੍ਰਗਟ ਹੋਵੇਗਾ। ਹਮ ਕਹਿਵਾ ਆਨੰਦ ਕੋ ਦੀਨ। ਇਸ ਤਰ੍ਹਾਂ ਕਹਿ ਕੇ ਮਹਾਰਾਜ ਸਾਹਿਬ ਜੀ ਨੇ ਆਨੰਦ ਬਖਸ਼ਿਸ਼ ਕੀਤਾ। ਹਰਖੇ ਰਾਮਦਾਸ ਸੁਖ ਪੀਨ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਖੁਸ਼ ਹੋਏ, ਪ੍ਰਸੰਨ ਹੋਏ, ਆਪਣੇ ਗੁਰੂ ਤੋਂ ਵਰਦਾਨ ਲੈ ਕੇ ਨਿਜ ਸਮੀਪ ਹੀ ਰਾਖਣ ਕਰੇ। ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਹੀ ਗੋਇੰਦਵਾਲ ਰੱਖ ਲਿਆ। ਕਾਜ ਹਜੂਰ ਤਿਨੋ ਤੇ ਸਰੇ। ਆਪਣੀ ਹਜ਼ੂਰੀ ਦੀ ਸੇਵਾ ਕਰਾਉਂਦੇ ਹਨ ਹੁਣ ਸਤਿਗੁਰੂ ਜੀ। ਤਾ ਦਿਨ ਤੇ ਥੋੜੈ ਥਲ ਨੀਵਾ। ਸੋ ਉਸ ਸਮੇਂ ਤੋਂ ਇਹ ਜਿਹੜਾ ਸਰੋਵਰ ਖੋਦਿਆ ਸੀ, ਥੋੜਾ ਹੀ ਨੀਵਾ ਹੋਇਆ ਸੀ, ਥੋੜੀ ਖੁਦਾਈ ਹੋਈ ਸੀ, ਉੱਥੇ ਰੁਕ ਗਈ ਸੀ ਸੇਵਾ। ਭਇਓ ਰਹਿਓ ਨੈ ਪੂਰਨ ਥੀਵਾ। ਪ੍ਰਗਟ ਤਾਂ ਹੋਇਆ ਪਰ ਉਹ ਪੂਰਨ ਨਹੀਂ ਹੋ ਸਕਿਆ। ਸ੍ਰੀ ਗੁਰੂ ਪਰਮ ਬ੍ਰਿਧ ਤਨ ਹੈ। ਗੁਰੂ ਅਮਰਦਾਸ ਸਾਹਿਬ ਜੀ ਬਹੁਤ ਬਿਰਧ ਹੋ ਚੁੱਕੇ ਸਨ। ਤਉ ਮਹਾ ਤਪ ਤਪਤੇ ਰਹੈ। ਫਿਰ ਵੀ ਬਿਰਧ ਅਵਸਥਾ 'ਚ ਵੀ ਬੜੀ ਭਾਰੀ ਤਪੱਸਿਆ ਕਰਦੇ ਸਨ। ਘਰ ਮੈਂ ਠਾਂਡੇ ਰਹੇ ਇਕਾਕੀ। ਆਪ ਜੀ ਚੁਬਾਰੇ ਸਾਹਿਬ ਦੇ ਵਿੱਚ ਜ਼ਿਆਦਾਤਰ ਖੜ ਕੇ ਭਜਨ ਕਰਿਆ ਕਰਦੇ ਸੀ।
ਉੱਥੇ ਅੱਜ ਕੱਲ੍ਹ ਉਹ ਕਿੱਲੀ ਮੌਜੂਦ ਹੈ ਜਿਹੜੀ ਦੀਵਾਰ 'ਚ ਲੱਗੀ ਹੁੰਦੀ ਸੀ। ਉਸ ਕਿੱਲੀ ਨੂੰ ਫੜ ਕੇ ਸਤਿਗੁਰੂ ਜੀ ਖੜੇ ਹੋਏ, ਗੁਰੂ ਅਮਰਦਾਸ ਜੀ ਲਗਾਤਾਰ ਕਈ ਪਹਿਰ ਭਜਨ ਕਰਿਆ ਕਰਦੇ ਸੀ। ਉੱਥੇ ਹੀ ਜ਼ਿਆਦਾਤਰ ਖਲੋ ਕੇ ਭਜਨ ਕਰਦੇ ਸੀ। ਇੱਕ ਖਿੜਕੀ ਸੀ ਉਹਦੇ 'ਚੋਂ ਸੰਗਤਾਂ ਬਾਹਰੋਂ ਦਰਸ਼ਨ ਕਰ ਜਾਂਦੀਆਂ ਸਨ, ਮੱਥਾ ਟੇਕ ਜਾਂਦੀਆਂ ਸਨ। ਮਹਾਰਾਜ ਖੜੇ ਰਹਿੰਦੇ ਸਨ ਤੇ ਭਜਨ ਕਰੀ ਜਾਂਦੇ ਸੀ। ਖੜਿਆਂ ਦੇ ਸੰਗਤਾਂ ਨੂੰ ਦਰਸ਼ਨ ਬਾਹਰੋਂ ਖਿੜਕੀ 'ਚੋਂ ਹੁੰਦੇ ਸਨ। ਉੱਥੇ ਸਤਿਗੁਰੂ ਇਕਾਂਤ ਵਿੱਚ ਭਜਨ ਕੀਤਾ ਬਹੁਤ ਜ਼ਿਆਦਾ ਚੁਬਾਰੇ ਸਾਹਿਬ ਵਿੱਚ। ਹਾਂਜੀ, ਕੰਧ ਮੇਖ ਪਕੜੈ ਜਬ ਥਾਕੀ। ਕੰਧ ਦੇ ਵਿੱਚ ਉਹ ਮੇਖ ਜਾਂ ਕਿੱਲੀ ਅੱਜ ਵੀ ਉਹਨੂੰ ਸਿੱਖਾਂ ਨੇ ਸੋਨਾ ਚਾਂਦੀ ਉੱਤੇ ਲਾਇਆ, ਬਹੁਤ ਸੁੰਦਰ ਭਾਵਨਾ ਨਾਲ ਬਹੁਤ ਉਹ ਕਿੱਲੀ ਸਾਂਭ ਕੇ ਰੱਖੀ ਹੋਈ ਹੈ। ਅੱਜ ਵੀ ਗੱਡੀ ਹੋਈ ਹੈ, ਜਿਹਨੂੰ ਫੜ ਕੇ ਮਹਾਰਾਜ ਸਾਹਿਬ ਜੀ ਖਲੋਇਆ ਕਰਦੇ ਸਨ। ਨਿਸਬਾਸਨ ਮੈਂ ਬਸੈ ਥੋੜਾ। ਹਾਂ, ਦਿਨ ਰਾਤ ਜ਼ਿਆਦਾਤਰ ਭਜਨ ਕਰਦੇ, ਥੋੜਾ ਜਿਹਾ ਸਮਾਂ ਵੈਸੇ ਥੋੜਾ ਜਿਹਾ ਚਿਰ ਬਹਿੰਦੇ ਸਨ, ਜ਼ਿਆਦਾ ਖਲੋ ਕੇ ਭਜਨ ਕਰਦੇ ਸਨ। ਹਾਂਜੀ, ਖੜੇ ਰਹੇ ਸਤਿਗੁਰ ਤਪ ਘੋਰਾ। ਬੜਾ ਘੋਰ ਤਪ ਕਰ ਰਹੇ ਸੀ ਗੁਰੂ ਅਮਰਦਾਸ ਸਾਹਿਬ ਜੀ, ਖਲੋ ਕੇ ਨਾਮ ਜਪਦੇ ਸਨ, ਕਿੱਲੀ ਫੜ ਕੇ ਖਲੋਤੇ ਹੀ ਰਹਿੰਦੇ ਸਨ। ਹਾਂਜੀ, ਨਰਨ ਅਨੇਕਨ ਦੈ ਉਪਦੇਸ਼। ਅਨੇਕਾਂ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ, ਭਾਈ ਨਾਮ ਜਪੋ। ਹਾਂਜੀ, ਨਿਰਦਾਸਨ ਕੇ ਕਟੈ ਕਲੇਸ਼। ਔਰ ਆਪਣੇ ਦਾਸਾਂ ਦੇ ਦੁੱਖ ਕਲੇਸ਼ ਗੁਰੂ ਅਮਰਦਾਸ ਜੀ ਨਾਮ ਨਾਲ ਕੱਟ ਰਹੇ ਸਨ। ਹੇਰਾ ਸੇਵਕ ਹੇਰਾ ਸੇਵਾ ਸੇਵਕ ਕਰੀ। ਗੁਰੂ ਕੇ ਸਿੱਖ ਵੀ ਦੇਖ ਕੇ ਸੇਵਾ ਕਰਦੇ ਸਨ, ਉਹਨਾਂ ਨੂੰ ਵੀ ਨਾਮ ਜਪਣ ਦੀ ਪ੍ਰੇਰਣਾ ਮਿਲਦੀ ਸੀ। ਬਖਸ਼ੈ ਪਦਵੀ ਊਚ ਵਡੇਰੀ। ਆਪਣੇ ਸਿੱਖਾਂ ਨੂੰ ਉੱਚੀਆਂ ਵੱਡੀਆਂ ਪਦਵੀਆਂ ਬਖਸ਼ ਰਹੇ ਸਨ ਤੀਸਰੇ ਪਾਤਸ਼ਾਹ। ਦੇਸ ਵਿਦੇਸਨ ਸੰਗਤ ਆਵਹਿ। ਦੇਸਾਂ ਵਿਦੇਸਾਂ ਤੋਂ ਸੰਗਤਾਂ ਆਉਂਦੀਆਂ ਸਨ ਗੋਇੰਦਵਾਲ। ਦਰਸ਼ਨ ਪਰਸੈ ਨਰ ਹਰ ਖਾਵਹਿ। ਦਰਸ਼ਨ ਪਰਸਨ ਕਰਕੇ ਖੁਸ਼ ਹੁੰਦੀਆਂ ਸਨ। ਸੇਵਾ ਹਿਤ ਅਨੇਕ ਟਿਗ ਰਹੈ। ਸੇਵਾ ਵਾਸਤੇ ਬੇਅੰਤ ਸਿੱਖ ਰਹਿੰਦੇ ਸਨ। ਮਨ ਬਚ ਕਰਮ ਪਾਸਤ ਅਹੈ। ਮਨ ਵਚਨ ਕਰਮ ਕਰਕੇ ਆਪਣਾ ਜੀ ਨੂੰ ਸਫਲਾ ਕਰਦੇ ਸੇਵਾ ਕਰਕੇ। ਵਿਦਾ ਸੁਧ ਹੋਵੇ ਤਿਨ ਕੇਰ। ਸਿੱਖਾਂ ਸੇਵਾ ਕਰਕੇ ਮਨ ਸ਼ੁੱਧ ਹੋ ਜਾਂਦਾ ਸੀ। ਗਿਆਨ ਪਾਏ ਤੇ ਮੁਕਤ ਕਨੇਰ। ਫਿਰ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲਦੀ ਸੀ ਤੇ ਮੁਕਤੀ ਨੂੰ ਪ੍ਰਾਪਤ ਹੁੰਦੇ ਸਨ। ਦਿੱਲੀ ਪਤ ਪ੍ਰਸੰਨ ਜਿਮ ਹੋਏ। ਦਿੱਲੀ ਦੇ ਬਾਦਸ਼ਾਹ ਉੱਤੇ ਕਿਰਪਾ ਕੀਤੀ ਸੀ ਅਕਬਰ ਤੇ, ਉਹਦਾ ਕਾਜ ਰਾਸ ਕੀਤਾ ਸੀ ਤੇ ਉਹ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀ ਗੋਇੰਦਵਾਲ। ਕਿਆ ਉਮਰਾਵ 20 ਅਰਦੋਏ। ਬਾਦਸ਼ਾਹ ਤੇ ਉਮਰਾਵ ਜਿਹੜੇ ਸਨ ਉਹ ਵੀ ਸੇਵਾਦਾਰ ਬਣ ਗਏ ਤੇ ਬਾਦਸ਼ਾਹ ਵੀ। 22 ਸੂਬੇ ਹਿੰਦੁਸਤਾਨ ਦੇ 22 ਮੰਜੀਆਂ ਗੁਰੂ ਸਾਹਿਬ ਨੇ ਸਥਾਪਿਤ ਕੀਤੀਆਂ ਸਨ। ਇਸ ਜਾਕੇ ਨਸਾਵਰ ਸੁਖ ਦੀਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਨਸ਼ਵਰ ਸੰਸਾਰ ਦੇ ਸੁੱਖ ਵੀ ਸਿੱਖਾਂ ਨੂੰ ਦਿੱਤੇ। ਬੜਿਆਈ ਪਦ ਮਹਿ ਥਿਤ ਕੀਨੇ। ਪਰ ਸਿੱਖਾਂ ਨੂੰ ਵੱਡੀਆਂ ਵਡਿਆਈਆਂ ਦਿੱਤੀਆਂ। ਤੇ ਸ੍ਰੀ ਅਮਰਦਾਸ ਨਿਜ ਦਾਸ। ਗੁਰੂ ਅਮਰਦਾਸ ਜੀ ਨੇ ਆਪਣੇ ਸਿੱਖਾਂ ਨੂੰ, ਜਿਵੇਂ ਬਾਦਸ਼ਾਹ ਦਿੱਲੀ ਅਕਬਰ ਨੇ 22 ਸੂਬੇ ਸਥਾਪਿਤ ਕੀਤੇ ਹਿੰਦੁਸਤਾਨ ਵਿੱਚ, ਗੁਰੂ ਸਾਹਿਬ ਨੇ ਵੀ 22 ਮੰਜੀਆਂ ਸਥਾਪਿਤ ਕੀਤੀਆਂ। ਜਿਸ ਪਰ ਭਏ ਪ੍ਰਸੰਨ ਹੁਲਾਸ। ਜਿਹਦੇ ਤੇ ਵੀ ਕਿਰਪਾ ਕੀਤੀ ਪਾਤਸ਼ਾਹ ਦੇ ਪਾਤਸ਼ਾਹ ਨੇ। ਦੋਨੋਂ ਲੋਕਨ ਕੋ ਸੁਖ ਦੀਨ। ਦੋਵਾਂ ਲੋਕਾਂ ਦੇ ਸੁੱਖ ਦੇਤੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਮੰਜੀ ਪਰ ਬਿਠਾਵਨ ਕੀਨ। ਮਹਾਰਾਜ ਜੀ ਨੂੰ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ, ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰਨ ਲਈ ਇਹ ਮਨ ਵਿੱਚ ਫੁਰਨਾ ਆਇਆ। ਆਪ ਜੀ ਨੇ ਬ੍ਰਹਮ ਗਿਆਨੀ ਮਹਾਪੁਰਸ਼ 22 ਗੁਰਮੁਖ ਮੰਜੀਆਂ ਤੇ ਬਿਠਾਏ। ਦੇਸ ਨ ਭੇਜੇ ਗੁਰੂ ਬਣਾਏ। 22 ਮੰਜੀਆਂ ਸਥਾਪਿਤ ਕਰਕੇ ਦੇਸਾਂ ਪ੍ਰਦੇਸਾਂ 'ਚ, ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ 'ਚ ਭੇਜ ਦਿੱਤੇ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਸਾਰੀ ਤਾਕਤ ਦੇ ਕੇ, ਆਪਣੀ ਸਾਰੀ ਸ਼ਕਤੀ ਦੇ ਕੇ ਭੇਜਿਆ। ਹਾਂਜੀ, ਇਹ ਗ੍ਰਸਤ ਮਹਿ ਸਭ ਸੁਖ ਪਾਏ। ਗ੍ਰਸਤ ਮਹਿ ਸਭ ਸੁਖ ਪਾਏ। ਕਹਿੰਦੇ ਉਹਨਾਂ ਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਲੋਕ ਦੇ ਸੁੱਖ ਵੀ ਗ੍ਰਸਤ ਵਿੱਚ ਪਏ, ਸੰਸਾਰ ਵਿੱਚ ਰਹੋ, ਰੋਟੀ ਕਪੜਾ ਮਕਾਨ ਵੀ ਪਰਮੇਸ਼ਰ ਦੇਵੇਗਾ, ਬਾਲ ਬੱਚੇ ਪਰਿਵਾਰ ਸਭ ਕੁਝ ਹੋਵੇਗਾ,
ਪਰ ਮਨ ਆਪਣਾ ਨਿਰਲੇਪ ਰੱਖਣਾ ਹੈ। ਵਾਹਿਗੁਰੂ ਦੀ ਭਜਨ ਬੰਦਗੀ ਕਰਨੀ ਹੈ। ਇੱਥੇ ਵੀ ਸੁਖੀ ਹੋਣਾ ਤੇ ਪਰਲੋਕ ਵਿੱਚ ਵੀ ਸੁਖੀ ਹੋਣਾ। ਹਾਂਜੀ, ਕਰ ਦੇਸਨ ਪਰ ਹੁਕਮ ਕਰੰਤੇ। ਮਹਾਰਾਜ ਸਾਹਿਬ ਜੀ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਦੇਸ਼ਾਂ ਪ੍ਰਦੇਸ਼ਾਂ ਤੇ ਆਪਣਾ ਸੱਚਾ ਹੁਕਮ ਚਲਾਇਆ। ਹਾਂਜੀ, ਨਰ ਅਨੇਕ ਮਿਲ ਸੇਵ ਕਰੰਤੇ। ਅਨੰਤੀ ਸਿੱਖ ਮਹਾਰਾਜ ਦੀ ਸੇਵਾ ਕਰਦੇ ਹਨ। ਮੁਕਤ ਭਏ ਸੁਖ ਪਾਪ ਲੋਕ। ਸਾਧ ਸੰਗਤ ਜੀ, ਇਸ ਤਰ੍ਹਾਂ ਬਹੁਤ ਸਾਰੇ ਲੋਕ ਮੁਕਤ ਹੋਏ, ਮੁਕਤੀ ਦੇ ਅਧਿਕਾਰੀ ਹੋਏ, ਪਰਲੋਕ ਵਿੱਚ ਸੁਖੀ ਹੋਏ। ਐਸੇ ਆਪਣੇ ਸਿੱਖ ਅਸ਼ੋਕ। ਇਸ ਤਰ੍ਹਾਂ ਆਪਣੇ ਸਿੱਖਾਂ ਦੇ ਸ਼ੋਕ ਦੂਰ ਕੀਤੇ। ਹਾਂਜੀ, ਦਵੈ ਬਿਸਤ ਮੰਜੀ ਅਧਿਕਾਰ। 22 ਮਹਾਂਪੁਰਸ਼ ਸਨ ਜਿਨ੍ਹਾਂ ਨੂੰ ਮੰਜੀ ਤੇ ਬਹਿਣ ਦਾ ਅਧਿਕਾਰ ਦਿੱਤਾ। ਬੈਠਾਰੇ ਗੁਰ ਨੇ ਦਰਬਾਰ। ਮਹਾਰਾਜ ਸਾਹਿਬ ਜੀ ਨੇ ਆਪ ਮੰਜੀਆਂ ਦਿੱਤੀਆਂ ਤੇ ਉਹਨਾਂ ਮਹਾਂਪੁਰਸ਼ਾਂ ਨੂੰ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਵਿੱਚ ਪ੍ਰਚਾਰਕ ਬਣਾ ਕੇ ਭੇਜਿਆ। ਬਾਦਸ਼ਾਹ ਦਵਾਈ ਲੋਕਨ ਕੇ ਨੇ। ਉਹਨਾਂ ਨੂੰ 2 ਲੋਕਾਂ ਦੀ ਬਾਦਸ਼ਾਹੀ ਦੇ ਦਿੱਤੀ। ਗੁਰੂ ਅਮਰਦਾਸ ਸਾਹਿਬ ਖੁਦ 2 ਲੋਕਾਂ ਦੇ ਵਾਲੀ, 2 ਜਹਾਨ ਦੇ ਵਾਲੀ ਹਨ। ਇਮ ਪਤ ਸਾਹਿਤ ਕੀਨ ਕਨੇਰੇ। 22 ਸਾਲ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਰਹਿ ਕੇ ਪਾਤਸ਼ਾਹੀ ਕੀਤੀ। 22 ਮੰਜੀਆਂ ਸਥਾਪਿਤ ਕੀਤੀਆਂ। 22 ਸਾਲਾਂ ਵਿੱਚ ਬੇਅੰਤ ਲੋਕਾਂ ਨੂੰ ਤਾਰਿਆ, ਗਿਣਤੀ ਕੋਈ ਨਹੀਂ ਕਿੰਨੇ ਕੁ ਪਾਪੀ ਤਾਰ ਦਿੱਤੇ। 22 ਮੰਜਨ ਕੇ ਮੁਰਾਬ। ਜਿਹੜੇ 22 ਮੰਜੀਆਂ ਦੇ ਮਸੰਦ ਸਨ, ਗੁਰੂ ਘਰ ਦੇ ਥਾਪੇ ਹੋਏ ਮਹਾਂਪੁਰਸ਼। ਕਰ ਸ੍ਰੀ ਗੁਰ ਨਿਜ ਮਹਿਤ ਪ੍ਰਭਾਵ। ਉਹਨਾਂ ਮਹਾਂਪੁਰਸ਼ਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਸਾਰੀ ਤਾਕਤ ਰੂਹਾਨੀ ਬਖਸ਼ਿਸ਼ ਕੀਤੀ ਹੋਈ ਸੀ। ਇਹ ਨਹੀਂ ਐਵੇਂ ਮੰਜੀ ਦੇ ਬਹਾਤਾ, ਐਵੇਂ ਪੱਗਾਂ ਬੰਨ੍ਹਤੀਆਂ ਜਿਵੇਂ ਅੱਜ ਕੱਲ੍ਹ ਹੁੰਦਾ ਹੈ। ਨਹੀਂ ਸਾਧ ਸੰਗਤ ਜੀ, ਉਹ ਮਹਾਂਪੁਰਸ਼ ਅੰਦਰੋਂ ਬਾਹਰੋਂ ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ ਭਰੇ ਸੇਵਨ ਜਾਰੇ, ਕਹਿ ਨਾਨਕ ਦਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਐਸੇ ਮਹਾਂਪੁਰਸ਼ ਸਨ। ਸ੍ਰੀ ਹਰਦਾਸ ਨੰਦ ਕਹੋ ਦੇਖਾ। ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੱਲ ਦੇਖਿਆ ਹੈ। ਉਚਿਤ ਤਖਤ ਕੇ ਬੁੱਧ ਵਸੇਖਾ। ਇਹਨਾਂ ਨੂੰ ਮਹਾਰਾਜ ਜੀ ਨੇ ਤਖਤ ਦੇ ਅਧਿਕਾਰੀ ਜਾਣ ਕੇ ਵੀ ਤਖਤ ਰਾਜਾ ਸੋਭ ਹੈ ਜੇ ਤਖਤ ਲਾਇਕ ਹੋਈ। ਇਸ ਗੱਦੀ ਦੇ ਬਹਿਣ ਦੇ ਹੱਕਦਾਰ ਕੌਣ ਹਨ? ਸਾਹਿਬ ਸ੍ਰੀ ਗੁਰੂ ਰਾਮਦਾਸ ਜੀ। ਹਾਂਜੀ, ਸਭ ਗੁਣ ਸੰਜੋਤ ਧਰਮ ਮਹਾਨਾ। ਸਾਰੇ ਗੁਣਾਂ ਦੇ ਸਮੇਤ ਮਹਾਨ ਧਰਮੀ ਹਨ। ਆਪਰ ਨਾ ਹੇਰਿਓ ਇਹੋ ਸਮਾਨਾ। ਇਹਨਾਂ ਦੇ ਸਮਾਨ ਹੋਰ ਕੋਈ ਹੈ ਨਹੀਂ, ਨਜ਼ਰ ਨਹੀਂ ਆਇਆ। 22 ਮੰਜੀਆਂ ਵਾਲੇ ਜਿਹੜੇ ਸਿੱਖ ਸਨ, ਹੈ ਤਾਂ ਉਹ ਵੀ ਬਹੁਤ ਕਮਾਈਆਂ ਵਾਲੇ ਸਨ, ਪਰ ਜਿਹੜੀ ਗੁਰੂ ਦੀ ਪਦਵੀ, ਜਿਹੜੀ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਪ੍ਰਕਾਸ਼ ਕਰਨ ਵਾਲੀ ਕਮਾਈ ਸੀ, ਉਹ ਗੁਰੂ ਰਾਮਦਾਸ ਜੀ ਦੀ ਦੇਖੀ ਹੈ। ਹਾਂਜੀ, ਭਗਤ ਆਪ ਨੂੰ ਜਾਣ ਵਿਸਾਲਾ। 22 ਮੰਜੀਆਂ ਵਿੱਚੋਂ ਆਪਣੇ ਸਭ ਤੋਂ ਸ੍ਰੇਸ਼ਟ ਭਗਤ ਸ੍ਰੀ ਗੁਰੂ ਰਾਮਦਾਸ ਜੀ ਨੂੰ ਜਾਣ ਕੇ ਗੁਰ ਭਾਣੇ ਮੈਂ ਹਰਖਵਨ ਵਾਲਾ। ਆਪਣੇ ਗੁਰੂ ਦੇ ਭਾਣੇ ਵਿੱਚ ਖੁਸ਼ ਰਹਿਣ ਵਾਲੇ ਜਾਣ ਕੇ। ਹਾਂਜੀ, ਪਰਖਣ ਕਰਕੇ ਨੀਕੀ ਰੀਤ। ਚੰਗੀ ਤਰ੍ਹਾਂ ਪ੍ਰੀਖਿਆ ਕਰਕੇ, ਪਰਖ ਕੇ, ਕਸਵਟੀਆਂ ਲਾ ਕੇ ਦੇਖਿਆ ਹੈ। ਲੈ ਇੱਕ ਸਾਰ ਸੁਧ ਟਿੜ ਚੀਤ। ਸ੍ਰੀ ਗੁਰੂ ਰਾਮਦਾਸ ਜੀ ਇੱਕ ਸਾਰ ਹੀ ਰਹੇ ਨੇ, ਭਾਵੇਂ ਕੋਈ ਕਿਸੇ ਤਰ੍ਹਾਂ ਦਾ ਵੀ ਸਮਾਂ ਬਣਿਆ, ਗੁਰੂ ਨੇ ਜਿਹੋ ਜਿਹੀ ਵੀ ਪ੍ਰੀਖਿਆ ਪਾਈ, ਮਨ ਨਹੀਂ ਡੋਲਿਆ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹੀ ਅਰਦਾਸ ਕਰਦੇ ਸੀ, ਮਹਾਰਾਜ ਆਪ ਨੇ ਕਿਰਪਾ ਰੱਖਣੀ, ਤੇ ਉਹਨਾਂ ਦੇ ਉੱਤੇ ਕਿਰਪਾ ਹੋਈ। ਫਿਰ ਹਾਂਜੀ, ਆਰਬਲਾ ਪੂਰਨ ਤਿੰਨ ਭਈ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਮਰ ਜਦੋਂ ਪੂਰੀ ਹੋਈ, ਜੋਤੀ ਜੋ ਸਮਾਨ ਲੱਗੇ, ਸ੍ਰੀ ਗੁਰੂ ਅਮਰ ਜਾਨ ਸਭ ਲਈ। ਗੁਰੂ ਰਾਮਦਾਸ ਜੀ ਦੀ ਉਮਰ ਵੀ ਪੂਰੀ ਹੋ ਗਈ ਸੀ। ਉਹਨਾਂ ਨੂੰ ਆਪਣੀ ਉਮਰ ਦੇ 7 ਸਾਲ ਗੁਰੂ ਸਾਹਿਬ ਜੀ ਨੇ ਦੇ ਦਿੱਤੇ। ਨਿਜ ਪੁੱਤਰੀ ਭਾਨੀ ਸੋ ਕਹਿਓ। ਆਪਣੀ ਧੀ ਭਾਨੀ ਨੂੰ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ, ਸੋਦੀ ਕੁਸੋਡੀ ਕੋਲ ਟਿਕਾ ਜੋ ਅਹਿਓ। ਕਹਿਣ ਲੱਗੇ, ਹੈ ਪੁੱਤਰੀ ਤੇਰਾ ਜੋ ਪਤੀ ਸੋਢੀ ਕੁਲ ਦੀਪਕ ਹੈ,
ਵਿਆਪੂਰਨ ਪ੍ਰਾਪਤ ਤਨ ਕਾਲ। ਇਹਦਾ ਤਾਂ ਹੁਣ ਸਮਾਂ ਪੂਰਾ ਹੋ ਗਿਆ, ਇਹਨੇ ਅੱਜ ਸਰੀਰ ਤਿਆਗ ਦੇਣਾ ਹੈ। ਵਿਧਵਾ ਹੋਏ ਰਹੋ ਕਿਸ ਢਾਲ। ਤੂੰ ਵਿਧਵਾ ਹੋ ਜਾਏਗੀ, ਕਿਸ ਤਰ੍ਹਾਂ ਰਹੇਗੀ? ਨਹਿ ਉਪਾਇ ਕੋ ਕਰਨੋ ਕਿਆ ਹੈ। ਕੀ ਉਪਾਅ ਕਰੀਏ ਹੁਣ? ਪਿਤ ਕੀ ਗਿਰਾ ਸੁਨੀ ਵਿਦ ਜਾਗੈ। ਜਦੋਂ ਬੀਬੀ ਭਾਨੀ ਨੇ ਪਿਤਾ ਦੇ ਬਚਨ ਸੁਣੇ, ਨਿਜ ਸੁਹਾਗ ਕੋ ਤਬਹਿ ਉਤਾਰੇ। ਆਪਣੇ ਸੁਹਾਗ ਦੀਆਂ ਨਿਸ਼ਾਨੀਆਂ ਗਹਿਣੇ ਆਦਿਕ ਉਤਾਰ ਦਿੱਤੇ। ਚਰਨ ਕਮਲ ਪਰ ਧਰਿਓ ਸੁਧਾਰੇ। ਔਰ ਸ੍ਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨੱਥ ਰੱਖ ਦਿੱਤੀ, ਲਾ ਕੇ ਕਹਿਣ ਲੱਗੀ, ਪਿਤਾ ਜੀ ਜੋ ਤੁਹਾਡਾ ਭਾਣਾ ਹੋਵੇਗਾ ਉਹ ਮੰਨਾਂਗੀ। ਹਾਂਜੀ, ਕਹਿਤ ਪਈ ਸਚ ਬਾਕ ਤੁਮਾਰਾ। ਕਹਿਣ ਲੱਗੀ, ਪਾਤਸ਼ਾਹ ਤੁਹਾਡਾ ਬਚਨ ਸੱਚਾ ਹੈ। ਹੋਏ ਮਿੱਤਰ ਤਉ ਆਪ ਉਚਾਰਾ। ਜੋ ਆਪ ਜੀ ਨੇ ਕਿਹਾ ਹੁਣ ਮੇਰੇ ਪਤੀ ਦੀ ਮ੍ਰਿਤੂ ਹੋਣੀ ਹੈ ਤਾਂ ਹੋਣੀ ਹੈ, ਹੁਣ ਉਹ ਵਚਨ ਟਲ ਤਾਂ ਨਹੀਂ ਸਕਦਾ। ਪੁੱਤਰੀ ਕੋ ਨਿਚੈ ਨਿਜ ਬਚ ਪਰ। ਆਪਣੇ ਬਚਨਾਂ ਤੇ ਆਪਣੀ ਪੁੱਤਰੀ ਦਾ ਨਿਸ਼ਚਾ ਪੱਕਾ ਵੇਖ ਕੇ ਲੱਖ ਪ੍ਰਸੰਨ ਭੇ ਸ੍ਰੀ ਗੁਰ ਅਮਰ। ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਸਨ। ਕਹਿਣ ਲਗੇ ਹਮ ਭਾਖਿਓ ਜੈਸੇ। ਕਹਿਣ ਲੱਗੇ, ਪੁੱਤਰੀ ਜਿਵੇਂ ਅਸੀਂ ਕਿਹਾ ਹੈ ਨਿਚੈ ਹੋਤ ਵਰਤ ਬੋ ਤੈਸੇ। ਉਦਾਂ ਹੀ ਹੋਣਾ ਸੀ, ਉਹ ਤਾਂ ਹੋਣਾ ਹੈ, ਪਰ ਅਸੀਂ ਆਪਣੀ ਉਮਰ ਰਾਮਦਾਸ ਨੂੰ ਦੇਵਾਂਗੇ। ਆਪਣੀ 7 ਸਾਲ ਉਮਰ ਦੇ ਕੇ ਮਹਾਰਾਜ ਜੋਤੀ ਜੋ ਸਮਾਏ ਤੇ ਫਿਰ ਗੱਦੀ ਗੁਰੂ ਰਾਮਦਾਸ ਜੀ ਕੋਲ ਆਈ। ਇਹ ਕਥਾ ਆਪਾਂ ਪਹਿਲਾਂ ਸੁਣ ਚੁੱਕੇ ਹਾਂ, ਕਿਉਂਕਿ ਅੰਮ੍ਰਿਤਸਰ ਸਰੋਵਰ ਦੀ ਕਥਾ ਸ਼ੁਰੂ ਹੋਈ ਹੈ। ਇਹ ਦੱਸਣਾ ਜ਼ਰੂਰੀ ਸੀ ਵੀ ਇਹ ਗੁਰੂ ਅਮਰਦਾਸ ਨੇ ਕਰਵਾਈ ਸੀ, ਇਸ ਕਰਕੇ ਪ੍ਰਸੰਗ ਦੁਬਾਰਾ ਭਾਈ ਸਾਹਿਬ ਨੇ ਲਿਖਿਆ ਹੈ। ਅੱਗੇ ਹੁਣ ਗੁਰੂ ਰਾਮਦਾਸ ਜੀ ਦੇ ਪ੍ਰਸੰਗ ਚੱਲਣਗੇ, ਆਪਾਂ ਸਰਵਣ ਕਰਾਂਗੇ। ਹੇ ਗੋਬਿੰਦ, ਹੇ ਗੋਪਾਲ।